बिस्मिल्लाहिर्रहमानिर्रहीम, अस्सलाम वालेकुम। आपकी खिदमत में दोबारा हाज़िर हो गए हैं। आज हमारा एक सेशन था, माशाल्लाह बहुत सारे सुपरवाइजर्स आए हुए हैं। हमारी जो पोल्ट्री इंडस्ट्री है उसकी खूबसूरती यहाँ पे बैठी है। सुपरवाइज़र इज़ अ मदर ऑफ़ द फार्म, ये हमारा एक स्लोगन है, हम ये बोलते हैं, ठीक है ना। और फार्म मैनेजर इज़ द CEO ऑफ़ द फार्म। अब हर बंदे का अपना स्टेक है। अब इन स्टेक होल्डर से हम बात करते हैं और इनसे ये पूछते हैं कि इनका पॉइंट ऑफ व्यू क्या है, स्पेशली माल सेल के हवाले से और लास्ट वीक जो है उसके हवाले से, कि आखिरी वीक में जो है ना वो बर्ड को बुखार हो जाना, बुखार के साथ साथ पतली बीट मार जाना, उसके अलावा वेट गेन में अच्छा ना आना। उसमें सबसे पहले हमारे साथ सीनियर सुपरवाइज़र है माशाल्लाह। कितने साल का एक्सपीरियंस है जी? सर इस कंपनी 4 साल हो गए। नहीं, वैसे ओवरऑल कितना हो गया? ओवरऑल तकरीबन 12 साल। 12-15 साल पुराने सुपरवाइज़र हैं। वसीम शहजाद इनका नाम है, तो इनसे बात करते हैं। जी वसीम साहब। जी अस्सलाम वालेकुम। वालेकुम। वसीम साहब थोड़ी ऊंची दसो जी, बुखार का की रीज़न है, आखिरी हफ्ते क्यों बुखार हो जाता है? बुखार सर आखिरी हफ्ते च अगर ਤੁਹਾਡੀ ਵੈਂਟੀਲੇਸ਼ਨ ਹੈ, ਠੰਡ ਲੱਗਣ ਨਾਲ ਵੀ ਹੋ ਜਾਂਦਾ ਹੈ, ਜ਼ਿਆਦਾ ਤੇਜ਼ ਫਲੋ ਦੇ ਨਾਲ ਵੀ ਬੁਖਾਰ ਦੇ ਚਾਂਸ ਹਨ। ਫਿਰ ਅਗਰ ਤੁਹਾਡੇ ਪੈਰ ਚੱਲ ਰਹੇ ਨੇ ਔਰ ਉਹਨਾਂ ਦੇ ਅੰਦਰ ਪ੍ਰੋਪਰ ਗਿੱਲੇ ਨਹੀਂ ਹੋ ਰਹੇ, ਉਹਨਾਂ ਦੇ ਅਗਰ ਲਾਈਨਾਂ ਰਹਿ ਰਹੀਆਂ ਨੇ ਔਰ ਮਿਕਸ ਹਵਾ ਤੇਜ਼ ਮਿਲ ਰਹੀ ਹੈ, ਉਹਦੇ ਨਾਲ ਵੀ ਬੁਖਾਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ। ਸੁਪਰਵਾਈਜ਼ਰ ਨੂੰ ਕੀ ਚਾਹੀਦਾ ਕਿ ਆਖਰੀ ਦਿਨ ਦੇ ਵਿੱਚ ਸੁਪਰਵਾਈਜ਼ਰ ਕਿਹੜੀ ਸ਼ੈ ਦਾ ਨੋਟ ਕਰੇ, ਕਿਹੜੀ ਸ਼ੈ ਨੂੰ ਦੇਖੇ? ਆਖਰੀ ਦਿਨਾਂ 'ਚ ਸਰ ਅੱਛੀ FCR ਵਾਸਤੇ, ਅੱਛੇ ਵਜ਼ਨ ਵਾਸਤੇ ਤੇ ਮੇਨ ਚੀਜ਼ ਹੈ ਕਿ ਤੁਸੀਂ ਆਪਣੀ ਗੱਠ 'ਤੇ ਧਿਆਨ ਜ਼ਿਆਦਾ ਦਿਓ, ਡਰਾਪਿੰਗ 'ਤੇ ਧਿਆਨ ਅੱਛੀ ਤਰੀਕੇ ਨਾਲ ਦਿਓ। ਬਾਕੀ ਡੇਲੀ ਉਹਦੇ ਵੇਟ ਗੇਨ ਨੂੰ ਚੈੱਕ ਕਰੋ। ਵੇਟ ਗੇਨ ਨੂੰ ਕਿੱਦਾਂ ਚੈੱਕ ਕਰਨਾ ਚਾਹੀਦਾ? ਆਧਾਰਾ ਬੰਦਾ ਜਦੋਂ ਵਜ਼ਨ ਕਰ ਦਿੰਦਾ ਹੈ ਤੇ ਉਹ ਤੁਸੀਂ ਉਹਦੇ ਉੱਤੇ ਬਿਲੀਵ ਕਰਦੇ ਹੋ, ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਚੈੱਕ ਕਰ ਸਕਦਾ? ਡਰਾਪਿੰਗ ਤੋਂ ਅੰਦਾਜ਼ਾ ਲਾਣਾ? ਹਾਂਜੀ ਜੀ ਸਰ, ਨਾਈਟ ਵਾਲਾ ਬੰਦਾ ਅਗਰ ਤੁਹਾਡਾ ਵਜ਼ਨ ਕਰ ਰਿਹਾ ਤਾਂ ਤੁਸੀਂ ਉਹਨੂੰ ਚੈੱਕ ਵੀ ਕਰੋ। ਆਖਰੀ ਹਫਤੇ 'ਚ ਜ਼ਿਆਦਾ ਤੇ ਬਿਹਤਰ ਹੈ ਕਿ ਕ੍ਰਾਸ ਚੈੱਕ ਕਰੋ। ਤੁਸੀਂ ਵਜ਼ਨ ਨੂੰ ਕ੍ਰਾਸ ਚੈੱਕ ਕਰਦੇ ਰਹੋ, ਫਿਰ ਆਪਣੀ ਡਰਾਪਿੰਗ 'ਤੇ ਵੀ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਚੂਜ਼ੇ ਦੀ ਡਰਾਪਿੰਗ ਕਿੰਝ ਦੀ ਹੈ, ਵਜ਼ਨ ਅੱਛਾ ਆ ਰਿਹਾ ਹੈ। ਇਸ ਚੀਜ਼ ਨੂੰ ਦੇਖ ਸਕਦੇ ਹੋ। ਡਰਾਪਿੰਗ 'ਤੇ ਵੀ ਜ਼ਿਆਦਾ ਜਿਹੜਾ ਮਸਲਾ ਤਾਂ ਡਰਾਪਿੰਗ ਤੋਂ ਹੀ ਕਲੀਅਰ ਹੋ ਜਾਂਦਾ ਹੈ, ਲੇਕਿਨ ਤੁਸੀਂ ਆਖਰੀ ਹਫਤੇ 'ਚ ਖੁਦ ਚੈੱਕ ਕਰੋ। ਫੀਡ ਦੀ ਜਿਹੜੀ ਮੈਨੇਜਮੈਂਟ ਹੈ ਖੁਦ ਸਾਰੀ ਚੈੱਕ ਕਰੋ, ਉਹਦੇ ਨਾਲ ਕਾਫੀ ਨਿਜ਼ਾਮ ਬਿਹਤਰ ਹੋ ਜਾਂਦਾ। ਇਸ ਚੀਜ਼ ਦਾ ਤੁਸੀਂ ਦੱਸ ਦਿਓ ਕਿ ਵੀ ਡਰਾਪਿੰਗ ਦੇ ਉੱਤੇ, ਆਖਰੀ ਹਫਤੇ ਦੀ ਡਰਾਪਿੰਗ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ। ਮਤਲਬ ਫਰਜ਼ ਕਰੋ ਤੁਸੀਂ ਕਹਿੰਦੇ ਹੋ ਕਿ ਅਗਰ ਵਜ਼ਨ ਸਹੀ ਨਹੀਂ ਆਇਆ ਤੇ ਉਹਦੇ 'ਚ ਬਿਠਾਂ ਦਾ ਤੁਹਾਨੂੰ ਅੰਦਾਜ਼ਾ ਹੋ ਸਕਦਾ ਬਿਠਾਂ ਦੇਖ ਕੇ। ਹਾਂਜੀ, ਲੂਜ਼ ਡਰਾਪਿੰਗ ਵੀ ਹੈ। ਤੁਹਾਨੂੰ ਇਸ ਫਲਾਕ ਦੇ ਵਿੱਚ ਕਿਹੜੇ ਕਿਹੜੇ ਮਸਲੇ ਆਏ? ਸਾਨੂੰ ਇਸ ਫਲਾਕ 'ਚ ਬੁਖਾਰ ਦਾ ਹੀ ਜ਼ਿਆਦਾ ਇਸ਼ੂ ਆ ਰਿਹਾ ਸੀ ਔਰ IBH ਦਾ ਜ਼ਿਆਦਾ ਮਸਲਾ ਆਇਆ। ਸਹੀ। ਔਰ ਬਸ ਦੋ ਹੀ ਹੈ ਜ਼ਿਆਦਾ ਮਸਲੇ ਆਏ ਨੇ, ਇਸ ਤੋਂ ਇਲਾਵਾ ਇਕੋਲਾਈ ਮੈਕੋਪਲਾਜ਼ਮਾ ਦਾ ਕੋਈ ਇਸ਼ੂ ਨਹੀਂ ਸੀ ਇਸ ਦਫਾ। ਜੀ ਯਾਸਿਨ ਸਾਹਿਬ, ਕੀ ਹਾਲ ਤੁਹਾਡਾ? ਠੀਕ ਹੋ? ਯਾਸਿਨ ਸਾਹਿਬ, ਤੁਹਾਡਾ ਆਪਣਾ ਐਕਸਪੀਰੀਅੰਸ ਕਿੰਨਾ ਹੋ ਗਿਆ ਪੋਲਟਰੀ ਦੇ ਵਿੱਚ? 18 ਸਾਲ ਜੀ। 18 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਨੂੰ? ਹਾਂਜੀ ਸਰ। ਤੇ ਇਹ ਜਿਹੜਾ IBH ਆ, ਇਸ ਬਾਰੇ ਸਾਨੂੰ ਦੱਸੋ ਵੀ ਪਹਿਲੇ ਵੀ ਤੁਹਾਨੂੰ ਇੰਨੇ ਜ਼ੋਰ ਦੇ ਨਾਲ IBH ਜਾਂ ਇੰਨੇ ਸ਼ਿੱਦਤ ਦੇ ਨਾਲ ਆਉਂਦੀ ਹੁੰਦੀ ਸੀ? ਨਹੀਂ ਸਰ, ਪਹਿਲੇ ਨਹੀਂ ਸੀ ਆ ਰਹੀ ਜੀ। ਤੇ ਹੁਣ ਕੀ ਵਜ੍ਹਾ ਹੈ? ਹੁਣ ਆ ਰਹੀ ਹੈ ਜੀ। ਇਹ IBH ਦੇ ਹੁਣ ਜ਼ਿਆਦਾ ਪ੍ਰੋਬਲਮਸ ਆ ਤੁਹਾਨੂੰ ਕੀ ਮਸਲੇ ਮਸਾਇਲ ਆਏ ਨੇ ਇਸ ਫਲਾਕ ਦੇ ਵਿੱਚ? ਇਸ ਫਲਾਕ ਦੇ ਵਿੱਚ ਸਰ ਬੁਖਾਰ ਦਾ ਮਸਲਾ ਆਇਆ ਤੇ IBH ਦਾ ਮਸਲਾ ਆਇਆ ਜੀ। ਸਹੀ। IBH ਦੇ ਵਾਸਤੇ ਅਸੀਂ ਵੈਕਸੀਨ ਕਰਵਾ ਲਈ ਸੀ ਜੀ। ਬੁਖਾਰ ਨੂੰ ਬਸ ਟ੍ਰੀਟਮੈਂਟ ਹੀ ਕਰਦੇ ਰਹੇ, ਕਾਫੀ ਬਿਹਤਰ ਰਿਹਾ ਜੀ। ਆਖਰੀ ਹਫਤੇ 'ਚ ਸੁਪਰਵਾਈਜ਼ਰ ਦੀ ਕੀ ਚੀਜ਼ ਹੋਣੀ ਚਾਹੀਦੀ ਕਿ ਜਿਹੜਾ ਸੁਪਰਵਾਈਜ਼ਰ ਆਖਰੀ ਹਫਤੇ ਦੇ ਵਿੱਚ ਆਪਣੇ ਆਪ ਨੂੰ, ਆਪਣੇ ਰਿਜ਼ਲਟ ਬਿਹਤਰ ਲੈਣ ਵਾਸਤੇ ਕੰਮ ਕਰ ਸਕਦਾ? ਆਖਰੀ ਹਫਤੇ ਵਿੱਚ ਸਰ ਉਹ ਬਸ ਹੋਏਗਾ ਨਾ ਆਪਦੇ ਮੈਨੇਜਮੈਂਟ ਤੇ ਜ਼ਿਆਦਾ ਤੋਂ ਜ਼ਿਆਦਾ ਫੋਕਸ ਕਰੇ। ਲਾਸਟ ਦਿਨਾਂ ਵਿੱਚ, ਕੈਚਿੰਗ ਦੇ ਦਿਨਾਂ ਵਿੱਚ ਜ਼ਰਾ ਹਰ ਚੀਜ਼ ਤੇ ਫੋਕਸ ਕਰੇ। ਠੀਕ ਹੈ, ਫੀਡ ਤੇ ਮੈਨੇਜਮੈਂਟ ਤੇ ਵੇਟ ਤੇ। ਤੁਸੀਂ ਕੈਚਿੰਗ ਤੇ ਆ ਗਏ ਫਟਾਫਟ, ਇਹਦਾ ਮਤਲਬ ਆਖਰੀ ਦਿਨ ਤੇ ਵੀ FCR ਕੱਢੀ ਜਾ ਸਕਦੀ? ਜੀ ਜੀ ਬਿਲਕੁਲ। ਆਖਰੀ ਦਿਨ ਤੇ ਬਹੁਤ ਉਹ ਸਰ ਨਾ, ਆਖਰੀ ਦਿਨਾਂ ਵਿੱਚ ਵੀ ਇਹ ਬੜਾ ਨਾ, ਆਖਰੀ ਦਿਨ ਕੈਚਿੰਗ ਵਾਲੇ ਦਿਨ, ਆਖਰੀ ਦਿਨ ਸਰ ਉੱਥੇ ਫੀਡ ਤੋਂ। ਹਾਂਜੀ, ਉੱਥੇ ਫੀਡ ਤੇ ਤੁਸੀਂ ਤੁਸੀਂ ਆਖਰੀ ਦਿਨ ਤੁਸੀਂ ਮੈਨੂਅਲ ਫੀਡ ਚਲਾਓ। ਅੱਛਾ, ਮੈਨੂਅਲ ਫੀਡ ਚਲਾਓ। ਫੀਡ ਬਰਡ ਦੇ ਅੱਗੋਂ ਮੁੱਕਣ ਹੀ ਨਾ ਦਿਓ। ਆਲਰਾਈਟ। ਠੀਕ ਹੈ, ਬਰਡ ਦੇ ਅੱਗੋਂ ਤੁਸੀਂ ਫੀਡ ਨਹੀਂ ਮੁੱਕਣ ਦਿਓਗੇ, ਬਰਡ ਤੁਹਾਡਾ ਸਰ ਉਹ ਨਾ ਪੋਟਾ ਵੀ ਨਹੀਂ ਲਗਾਏਗਾ ਔਰ weight gain ਵੀ ਘੱਟ ਨਹੀਂ ਕਰੇਗਾ। ਚਾਹੇ ਉਹ 10,000 kg ਤੁਹਾਡਾ ਸ਼ੈੱਡ 'ਚ ਖੀਚੇ, ਚਾਹੇ ਉਹ 50,000 kg 'ਚ ਸ਼ੈੱਡ 'ਚ ਖੀਚੇ, ਅੱਛਾ, ਨਾ ਤੁਹਾਨੂੰ ਕੋਈ ਕੰਪਲੇਨ। ਮਕਸਦ ਇਹ ਹੈ ਕਿ ਫੀਡ ਜ਼ਿਆਦਾ ਚਲਾ ਕੇ ਉਹਦੇ ਅੱਗੇ ਬਰਤਨ ਅੱਗੇ ਪਈ ਰਵੇ ਤੇ ਉਹ ਪੋਟਾ ਨਹੀਂ ਲਾਏਗਾ। ਪੋਟਾ ਨਹੀਂ ਲਗਾਏਗਾ। ਕਨਫਰਮ ਹੈ? ਕਨਫਰਮ ਸਰ, ਇਹ ਤੁਸੀਂ experience 100%। ਕੀਤਾ? ਹਾਂਜੀ ਸਰ, ਅਸੀਂ ਇਸ ਦਫਾ ਪੂਰੇ ਬਸੀਰਪੁਰ ਵਿੱਚ ਇਹ ਚੀਜ਼ ਚੱਲੀ ਹੈ ਸਰ ਔਰ ਹੋਇਆ ਹੈ ਸਰ। ਉਹ ਸਾਡੀ ਕੋਈ ਕੰਪਲੇਨ ਨਹੀਂ ਹੈ ਸਰ। ਪੋਟੇ ਦੀ ਕੋਈ ਕੰਪਲੇਨ ਨਹੀਂ ਹੈ ਸਰ। ਵੈਰੀ ਗੁੱਡ। ਤੁਸੀਂ ਕਿਹੜੇ ਏਰੀਆ ਤੋਂ ਜੀ? ਕੀ ਨਾਮ ਤੁਹਾਡਾ? ਮੁਹੰਮਦ ਇਮਰਾਨ। ਮੁਹੰਮਦ ਇਮਰਾਨ ਸਾਹਿਬ, ਤੁਸੀਂ ਦੱਸੋ ਤੁਹਾਨੂੰ ਕੀ ਮਸਲੇ ਮਸਾਇਲ ਆਏ ਨੇ ਆਖਰੀ ਦਿਨ ਦੇ ਵਿੱਚ? ਇੱਕ ਤਾਂ ਉਸਤਾਦ ਨੇ ਦੱਸਿਆ ਨਾ ਫੀਡ ਦਾ, ਉਸ ਤੋਂ ਇਲਾਵਾ ਕੋਈ ਐਸਾ ਪੁਆਇੰਟ ਹੈਗਾ ਜਿਹੜਾ ਵਜ਼ਨ ਬਿਹਤਰ ਕਰਨ ਵਾਸਤੇ?
ਜਿਸ ਤਰ੍ਹਾਂ ਉਸ ਤੋਂ ਇਲਾਵਾ ਤਾਂ ਨਹੀਂ ਹੈ, ਲੇਕਿਨ ਫੀਡ ਦਾ ਹੈ ਕਿ ਫੀਡ ਅੱਗੇ ਨਾ ਮੁੱਕਣ ਦਿਓ। ਅਸੀਂ ਤਜਰਬਾ ਕੀਤਾ। ਅੱਜ ਤੁਸੀਂ ਵੀ ਇਸੇ ਤੇ ਹਾਂਜੀ, ਅਸੀਂ ਵੀ ਇਸੇ ਰਹੇ ਸਰ। ਫੀਡ ਨਾ ਮੁੱਕਣ ਫੀਡ ਨਹੀਂ ਮੁੱਕੀ ਸਰ ਸਾਡੇ ਬਾੜ ਅੱਗੇ। ਸਹੀ। ਲਓ ਜੀ, ਇੱਕ ਹੋਰ ਸੁਪਰਵਾਈਜ਼ਰ ਹੈ। ਸਰ ਜੀ, ਤੁਹਾਡਾ ਕਿੰਨਾ ਐਕਸਪੀਰੀਅੰਸ ਹੈ ਜੀ? ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਨੂੰ? ਅੱਛਾ, ਤੁਸੀਂ ਦੱਸੋ ਵੀ ਤੁਹਾਡੇ ਖਿਆਲ ਦੇ ਮੁਤਾਬਕ ਆਖਰੀ ਦਿਨ FCR ਕੱਢੀ ਜਾ ਸਕਦੀ? ਜੀ ਸਰ, ਕੱਢੀ ਜਾ ਸਕਦੀ ਕਿੰਨੀ ਹੈ। FCR ਕੱਢੀ ਜਾ ਸਕਦੀ ਆਖਰੀ ਦਿਨ? ਕਮ ਸੇ ਕਮ ਜਿਹੜਾ ਨੇ ਜੀ ਅੱਧਾ ਕਿਲੋ ਤਾਂ ਕੱਢੀ। ਅੱਧਾ ਕਿਲੋ FCR ਕੱਢੀ ਜਾ ਸਕਦੀ ਹੈ। ਤੇ ਉਹ पोटा तो नहीं होएगा? नहीं, पोटा नहीं होएगा पोटे सर। की कंप्लेन नहीं आएगी। नहीं आएगी जी। लेकिन बात यह है कि इंटेस्टाइन में फीड होनी चाहिए। जिस टाइम में फीड होनी चाहिए। ਤੁਸੀਂ ਇਸ ਚੀਜ਼ ਤੇ ਬਲੀਵ ਕਰਦੇ ਹੋ ਜ਼ਫਰ ਸਾਹਿਬ? ਜ਼ਫਰ ਸਾਹਿਬ, ਤੁਹਾਡਾ ਤਾਂ ਬੜਾ ਐਕਸਪੀਰੀਅੰਸ ਹੈ ਮਾਸ਼ਾਅੱਲਾ। ਤੁਹਾਡੇ ਤਾਂ ਹੁਣ ਦਾਦਾ ਉਸਤਾਦ ਬਣ ਗਏ ਹੋ ਤੁਸੀਂ। ਤੇ ਤੁਹਾਡੇ ਖਿਆਲ ਦੇ ਮੁਤਾਬਕ ਕੀ ਹੈਗਾ? ਦਾਦਾ ਉਸਤਾਦ ਹੀ ਹੋ ਨਾ, ਇਦਾਂ ਹੀ ਹੈ? ਹਾਂਜੀ ਸਰ, अस्सलाम वालेकुम सर। ਵਾਲੇਕੁਮ सर इस तरह के जानवर का पोटा नहीं खाली होना चाहिए। ਅੱਛਾ। फीड मैनुअल होनी चाहिए ताकि पोटा उन्हें लगता नहीं जी। ਹਾਂ, तो उनके नाल सर पाई FCR जी बेहतर होंगी है जी। ਤੁਸੀਂ ਕੋਈ ਇਹਦੇ ਚ ਕੋਈ ਲਾਇਆ ਫਾਰਮੂਲਾ ਲਾਇਆ? हाँ जी, लाया फार्मूला जी। ਸਹੀ। ਅਸੀਂ फीड उन्होंने जानवर 12 बजे तकरीबन फीड पी उस तो बाद अगर बाजा बजे लैन चुक ली दी तो उनके अच्छे रिजल्ट आए हैं। ये अच्छे रिजल्ट ने 12 बजे बाद फिर देखिए। बात यह है कि बहुत सारे सुपरवाइजर्स माशाल्लाह यहाँ पे एक्सपीरियंस है। सुपरवाइजर नाम ही एक्सपीरियंस का है। और एक और भी बात है कि सुपरवाइजर जो है ना, वो इस चीज़ का नाम है कि बेचैन तबीयत का नाम है। ये भी एक फार्मूला है कि बेचैन तबीयत का नाम ही सुपरवाइज़र है। ये अक्सर उमर फ़रूक साहब जो हमारे डायरेक्टर हैं, वो अक्सर ये बात करते हैं कि मैंने उनसे पूछा कि सुपरवाइज़र सेलेक्ट करते हुए किन चीज़ों का ख्याल रखना चाहिए। उन्होंने कहा यार एक कोई गल है कि बेचैन तबीयत का नाम होवे सुपरवाइज़र। इसका मतलब ये है कि हर चीज़ ਨੂੰ ਤੁਸੀਂ अच्छे तरीके ਦੇ ਨਾਲ ਦੇਖਣਾ और पॉइंट्स ਤੋਂ ਵਿੱਚੋਂ ਪੁਆਇੰਟ ਕੱਢਣਾ। ਪੁਆਇੰਟ ਦੇ ਵਿੱਚੋਂ ਪੁਆਇੰਟ ਕੱਢਣਾ ਹੀ ਬਿਹਤਰੀਨ ਸੁਪਰਵਾਈਜ਼ਰ ਦੀ ਨਿਸ਼ਾਨੀ ਹੈ। ਤੁਹਾਡਾ ਵੀ ਇਸ ਵਾਰੀ ਬੜਾ ਅੱਛਾ ਰਿਜ਼ਲਟ ਆਇਆ। ਤੁਸੀਂ ਕੁਝ ਕਹਿਣਾ ਚਾਹੋਗੇ ਆਖਰੀ ਹਫਤੇ ਦੇ ਬਾਰੇ 'ਚ? ਕੀ? ਅਸਲਾਮ ਵਾਲੇਕੁਮ ਸਰ। ਸਰ ਅਸੀਂ ਤਾਂ ਇਹਨਾਂ ਦਾ ਆਪਦਾ ਫਾਰਮੂਲਾ, ਸਾਡਾ ਆਪਦਾ ਫਾਰਮੂਲਾ, ਮੈਂ ਤਾਂ ਇਹ ਕਹਿ ਰਿਹਾ ਕਿ ਅੱਗੇ ਅਸੀਂ ਫੀਡ ਮੈਂ ਸਵੇਰ ਚਲਾਉਂਦੇ ਨਾ 6 ਵਜੇ, ਫਿਰ ਅਸੀਂ ਫੀਡ ਚਲਾਵਾਂਗੇ ਤਕਰੀਬਨ 1 ਵਜੇ 2 ਵਜੇ। ਅਗਰ ਜ਼ਿਆਦਾ ਪਹਿਲੇ ਚਲਾਵਾਂਗੇ ਤਾਂ ਪੋਟਾ ਖਾਲੀ ਹੋ ਜਾਏਗਾ, ਚੂਜ਼ਾ ਕੱਚੀ ਵੇਠ ਮਾਰੇਗਾ, ਵਜ਼ਨ ਕੰਮ ਕਰੇਗਾ। ਅੱਗੇ ਅਸੀਂ ਫੀਡ 6 ਵਜੇ ਚਲਾਉਣੇ, ਫਿਰ ਅਸੀਂ ਤਕਰੀਬਨ 1-2 ਵਜੇ ਚਲਾਵਾਂਗੇ ਤੇ ਉਸ ਟਾਈਮ ਤੇ ਚੂਜ਼ਾ ਸਹੀ ਰਹੇਗਾ। ਅਗਰ ਅਸੀਂ ਥੋੜੀ ਕੈਚਿੰਗ ਕਰਾਉਣੀ ਆ ਤੇ ਅਸੀਂ ਇਸ ਹਿਸਾਬ ਨਾਲ ਫੀਡ ਚਲਾਵਾਂਗੇ, ਲਾਈਟਾਂ ਬੰਦ ਕਰਾਂਗੇ, ਫੀਡ ਪਿੱਛੇ ਚਲਾਵਾਂਗੇ। ਅਗਲਾ ਚੂਜ਼ੇ ਨੂੰ ਜਿਹੜਾ ਕੈਚਿੰਗ ਕਰਾਉਣੀ ਆ ਉਹਨੂੰ ਨਹੀਂ ਚਲਾਵਾਂਗੇ। ਉਹਨਾਂ ਨੂੰ ਅਗਰ ਜ਼ਰੂਰਤ ਪਈ ਤੇ ਮੈਨੂਅਲ ਸਰ ਚਲਾਵਾਂਗੇ, ਮਤਲਬ ਬੋਰੀ ਨਾਲ ਚੱਕ ਕੇ ਪਾਵਾਂਗੇ, ਉਸ ਤਰ੍ਹਾਂ ਚਲਾਵਾਂਗੇ ਤੇ ਫੀਡ ਜ਼ਿਆਦਾ ਚੱਲੇਗੀ, ਚੂਜ਼ਾ ਪੋਟਾ ਲਾਏਗਾ ਸਰ। ਅੱਛਾ, ਇਹਦਾ ਮਤਲਬ ਤੁਹਾਡੇ ਕਹਿਣ ਦੇ ਮੁਤਾਬਕ ਇਹ ਕਿ ਅਗਰ ਚੂਜ਼ਾ ਤੁਹਾਡਾ ਆਦੀ ਨਹੀਂ ਹੈਗਾ, ਜੀ ਹਾਂਜੀ, ਤੁਹਾਡੇ ਕਹਿਣ ਦੇ ਮੁਤਾਬਕ ਚੂਜ਼ਾ आदि नहीं हैगा तो फिर तुसी ਉਹਦੇ 'ਚ ना कराओ। हमारे साथ हैं अतीकुर रहमान साहब, हमारे उस्ताद भी हैं, सीनियर हैं। हमने इनसे काम सीखा है। बर्ड का काम हमने इनसे सीखा है। वैसे बिजनेस के साथ हमारे डॉक्टर बीब साहब हैं और बर्ड की सिग्नल्स पे, इस पे मैनेजमेंट पे अतीक साहब से हमने बहुत कुछ सीखा है। इनसे बात करते हैं। सर जी, तुसी दसो की कहना चाहोगे ਇਹਦੇ ਬਾਰੇ? ਜਿਸ ਤਰ੍ਹਾਂ ਆਪਣਾ ਨਾ ਇਹਨਾਂ ਨੇ ਦੱਸਿਆ ਕਿ ਆਪਣਾ ਉਸਤਾਦ ਅਫਜ਼ਲ ਨੇ ਕਿ ਰਾਤ ਨੂੰ ਅਗਰ ਆਪਣੀ ਲਾਹੌਰ ਦੀ ਕੈਚਿੰਗ ਹੈ ਨਾ ਤੇ ਸਾਨੂੰ ਕਮ ਅਜ਼ ਕਮ ਕਿ ਜਿਹੜਾ ਟਾਈਮ ਹੈ, ਕੋਈ ਵੀ ਤੁਹਾਡਾ ਟਾਈਮ ਹੈ, ਕਿਸੇ ਦਾ 6 ਵਜੇ ਦਾ, ਕਿਸੇ ਦਾ 5, ਉਹ ਕਮ ਅਜ਼ ਕਮ ਤੁਸੀਂ 5 ਤੋਂ 6 ਘੰਟੇ ਪਹਿਲੇ ਫੀਡ ਚਲਾ ਦਿਓ। ਅਗਰ ਫਿਰ ਵੀ ਤੁਹਾਨੂੰ ਮਹਿਸੂਸ ਹੋ ਰਿਹਾ ਯਾਰ ਬਰਡ ਕਿਸੇ ਤਰੀਕੇ ਨਾਲ ਫੀਡ ਨਹੀਂ ਉਠਾ ਸਕਿਆ, ਫਿਰ ਤੁਹਾਡਾ ਕੰਮ ਹੈ ਕਿ 8 ਵਜੇ ਨਾਲ ਲਾਈਨਾਂ ਤੁਸੀਂ ਉਠਾ ਦਿਓ। 8 ਵਜੇ ਲਾਈਨਾਂ ਉਠਾ ਦਿਓ ਤੇ ਫਿਰ ਤੁਸੀਂ ਪਾਣੀ ਚਾਲੂ ਰੱਖੋ ਤੇ ਫਿਰ ਇਨਸ਼ਾ ਅੱਲਾਹ ਤਾਲਾ ਪੋਟਾ ਨਹੀਂ ਲੱਗੇਗਾ। ਇੱਕ ਇਹ ਕੰਮ। ਦੂਸਰੀ ਇਹ ਹੈ ਕਿ ਅਗਰ ਤੁਹਾਨੂੰ ਮਹਿਸੂਸ ਹੋ ਜਾਏ ਕਿ ਹਲਕਾ ਫੁਲਕਾ ਹੈ ਤੇ ਫਿਰ ਜਾਨਵਰ ਨੂੰ ਕੋਈ ਐਸਿਡ ਜਾਂ ਆਪਣਾ ਇਸ ਤਰ੍ਹਾਂ ਦਾ ਕੋਈ ਸਿਰਕਾ ਵਗੈਰਾ ਕੋਈ ਚੀਜ਼ ਪਈ ਹੈ, ਫੌਰੀ ਉਹਨੂੰ ਚਲਾ ਦਿਓ ਕਿ ਉਹ ਆਪਣਾ ਨਾ ਕੋਈ ਪੋਟੇ ਦੀ ਸ਼ਿਕਾਇਤ ਨਾ ਆਵੇ। बस ये मेन प्रॉब्लम है। लेकिन देखिए, मेन जो कंक्लूजन निकला है वो ये निकला है कि आपने बर्ड के क्रॉप के अंदर फीड नहीं शो करनी, लेकिन इंटेस्टाइन में फीड होनी चाहिए। हमने इस पर इतनी तबलीग करनी है कि इंशाल्लाह ताला आप देखेंगे कि गाड़ी वाला इस बात पे आ जाएगा कि अगर हम एक गाड़ी जो बिल्कुल क्रॉप खाली है, जो भूखा चूजा है, उसको हम लेके जाएंगे लाहौर। वो वसीम साहब, तुसी इस गल ते मानते हो? वो भी वजन कम, वो गाड़ी वाला भी नाराज नहीं होगा, ਗੱਡੀ ਵਾਲਾ ਵੀ ਇਤਰਾਜ਼ ਨਹੀਂ ਕਰੇਗਾ, ਕਿਉਂਕਿ ਉਹਨੂੰ ਦੀ ਪਹਿਲੇ ਜਿਹੜੇ ਗੱਡੀ ਘਟ ਰਹੀ ਹੈ ਨਾ, 100 kg ਘਟ ਰਹੀ ਹੈ, ਉਹ ਇੰਨੀ ਗੱਡੀ ਨਹੀਂ ਘਟੇਗੀ। ਠੀਕ ਹੈ, ਉਹ ਇਸ ਚੀਜ਼ ਤੇ ਐਗਰੀ ਹੋਏਗਾ ਕਿ ਮੇਰੀ ਪਹਿਲੇ ਜਿੰਨੀ ਗੱਡੀ ਘਟਦੀ ਸੀ ਉਨੀ ਹੁਣ ਗੱਡੀ ਨਹੀਂ ਘਟਦੀ, ਔਰ ਉਹਨੂੰ ਬਿਲਕੁਲ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਵੀ ਨਹੀਂ ਹੋਏਗੀ ਸਰ। ਜੈਸੇ ਕਿ ਉਹਦੀ ਗੱਡੀ ਦੇਖੋ, ਇਹ ਚੀਜ਼ ਤੁਸੀਂ ਜਿਹੜੇ ਯਾਸਿਨ ਸਾਹਿਬ ਜਿਹੜੀ ਗੱਲ ਕਰ ਰਹੇ ਆ, ਉਹ ਇਹ ਕਰ ਰਿਹਾ ਕਿ ਅਗਰ ਬਰਡ ਦੇ ਇੰਟੈਸਟਾਈਨ 'ਚ ਫੀਡ ਹੋਏਗੀ ਤੇ ਉਹ बर्ड जड़ा वो उनने कुछ ना कुछ यूटिलाइज करना ना अपना। जब वो यूटिलाइज करेगा तो फिर वो अपनी बॉडी की जो फैट है वो नहीं यूज़ करेगा,
वो फीड को यूज़ करेगा, वो वेट गेन, वो वेट लॉस कम होगा उसका। गाड़ी वाले को ये चीज़ समझाने की ज़रूरत है, इंशाल्लाह ताला हम कामयाब हो जाएंगे समझाने में। वसीम साहब तुसी भी इस गल ते एग्री करते हो? ते अहमद रज़ा साहब तुसी? अस्सलाम वालेकुम सर जी, मेरा नाम है गुलाम रज़ा। हाँ जी, एक्सपीरियंस है अल्हम्दुलिल्लाह 15-16 साल ना। तो हम तो जो है ना मतलब हर फ्लाक जो है सेल करते हैं, तो हमारी तो यही रूटीन है कि फ्लाक की जो है ना फीड हम तकरीबन 2-2:30 बजे चला लेते हैं, कुछ बैग एक्स्ट्रा डालते हैं। जहाँ से हमने कैचिंग शुरू करनी है उधर तक अगर फीड पड़ी है तो हम 8 बजे 7:30 बजे लेने ऊपर कर देते हैं, क्योंकि जब गाड़ी वाला लाइनें जब नीचे देखेगा तो पोटा नहीं भी होगा तो फिर भी रौला करेगा कि जी फीड इधर में पड़ी हुई है, हालांकि पड़ी नहीं होती। तो बेहतरी यही है कि अगर लाहौर से गाड़ियाँ आई हैं, आगे आपका पोटे का मसला है तो मसला ही मसला है आपके लिए, उसके अंडरस्टाइन में फीड हो और पोटे में उसकी फीड ना हो, तो बेहतरीन इंशाल्लाह माल भी लोड होगा और उसकी FCR भी अच्छी आएगी, हमारा माल भूखा भी नहीं जाएगा और मैनेजमेंट भी अच्छी होगी। हाँ, थैंक यू वेरी मच। नहीं जी, आज का टॉपिक ये इस तरह बंद करते हैं। हमने डिस्कशन तो बहुत ज़्यादा की, लेकिन हमने कोशिश किया कि कुछ चीज़ें हम कैप्चर कर सकें, ठीक है ना, वो हमने आप तक पहुंचाई हैं। इंशाल्लाह ताला आपको इस वीडियो से इंशाल्लाह ताला फ़ायदा होगा और इस पर हम मज़ीद जो है ना वो गुफ्तगू करेंगे। तब तक के लिए इतना ही। खुश रहें, खुशियाँ बाँटें, 5 वक्त की नमाज़ ज़रूर अदा करें। जज़ाकल्लाह।